ਪਿਆਰੇ ਬੱਚਿਓ, ਮੈਂ ਤੁਹਾਡੀ ਪੰਜਾਬੀ ਅਧਿਆਪਕਾ ਅੱਜ ਤੁਹਾਡੇ ਨਾਲ ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਿਲ ਕਵਿਤਾ ਜੈ ਭਾਰਤ ਮਾਤਾ ਬਾਰੇ ਗੱਲ ਕਰਾਂਗੀ। ਤੁਸੀਂ ਧਿਆਨ ਨਾਲ ਸੁਣਨਾ। ਆਪਾਂ 7ਵੀਂ ਜਮਾਤ ਵਿੱਚ ਜਦੋਂ ਕਵਿਤਾ ਸਮਝਣ ਦੀ ਕੋਸ਼ਿਸ਼ ਕਰਦੇ ਸੀ ਤਾਂ ਆਪਾਂ ਕਲਾਸ ਦੇ ਵਿੱਚ ਕਵਿਤਾ ਦੇ ਭਾਵ ਅਰਥ ਕਰਦੇ ਸੀ। 8ਵੀਂ ਜਮਾਤ ਦੇ ਵਿੱਚ ਵੀ ਆਪਾਂ ਕਵਿਤਾਵਾਂ ਦੇ ਭਾਵ ਅਰਥ ਸਮਝਣੇ ਆ। ਇਹਨਾਂ ਨੂੰ ਸਮਝਣ ਲਈ ਪਹਿਲਾਂ ਤੁਸੀਂ ਕਵਿਤਾ ਨੂੰ ਪੜ੍ਹਨਾ ਹੈ। ਕਵਿਤਾ ਨੂੰ ਇੱਕ ਵਾਰ, ਦੋ ਵਾਰ ਧਿਆਨ ਨਾਲ ਪੜ੍ਹੋ। ਉਹਨੂੰ ਗਾ ਕੇ ਦੇਖੋ, ਉੱਚੀ ਬੋਲ ਕੇ ਦੇਖੋ। ਉਹਦੇ ਔਖੇ ਸ਼ਬਦ ਅਰਥ ਥੋੜੀ ਪੁਸਤਕ ਦੇ ਵਿੱਚ ਹੀ ਦਿੱਤੇ ਹੋਏ ਆ, ਉਹਨਾਂ ਨੂੰ ਵੀ ਧਿਆਨ ਨਾਲ ਪੜ੍ਹੋ। ਜਦੋਂ ਤੁਸੀਂ ਔਖੇ ਸ਼ਬਦ ਅਰਥ ਪੜ੍ਹ ਲਏ ਤਾਂ ਉਸ ਤੋਂ ਬਾਅਦ ਭਾਵ ਅਰਥ ਪੜ੍ਹਨੇ ਤੁਹਾਨੂੰ ਸੌਖੇ ਹੋ ਜਾਣਗੇ। ਕਵਿਤਾ ਵਿੱਚ ਕਵੀ ਜੋ ਵੀ ਕਹਿਣਾ ਚਾਹੁੰਦਾ ਹੈ ਉਹ ਬਹੁਤ ਡੂੰਘਾ ਲੁਕਿਆ ਹੁੰਦਾ ਹੈ। ਹੁਣ ਤੁਹਾਡੀ ਅੱਜ ਦੀ ਜਿਹੜੀ ਕਵਿਤਾ ਹੈ ਉਹ ਹੈ ਜੈ ਭਾਰਤ ਮਾਤਾ। ਇਸ ਕਵਿਤਾ ਦੇ ਵਿੱਚ ਕਵੀ ਹੈ ਜਿਹੜਾ ਉਹ ਭਾਰਤ ਮਾਤਾ ਦੀ ਜੈ ਜੈਕਾਰ ਕਰਦਾ ਹੈ। ਉਹ ਭਾਰਤ ਮਾਤਾ ਦੀ ਜੈ ਜੈਕਾਰ ਕਰਦਾ ਹੋਇਆ ਕਹਿੰਦਾ ਹੈ ਕਿ ਤੇਰੀ ਆਜ਼ਾਦੀ ਦੀ ਕਹਾਣੀ ਬਹੁਤ ਹੀ ਲੰਬੀ ਹੈ। ਇਹਦੀ ਪ੍ਰਾਪਤੀ ਲਈ ਅਨੇਕਾਂ ਦੇਸ਼ ਭਗਤਾਂ ਨੇ ਆਪਣਾ ਖੂਨ ਡੋਲਿਆ ਤੇ ਇਹਨਾਂ ਦੇਸ਼ ਭਗਤਾਂ ਨੇ ਜੋ ਕੁਰਬਾਨੀ ਦਿੱਤੀ ਇਹਦੀ ਗਵਾਹੀ ਹੈ ਜਿਹੜੀ ਉਹ ਹਲਦੀ ਘਾਟੀ ਤੇ ਸਾਡੇ ਸੋਮਨਾਥ ਦੇ ਮੰਦਿਰ ਦਿੰਦੇ ਹੈ। ਕਿਉਂਕਿ ਹਲਦੀ ਘਾਟੀ ਦੀ ਲੜਾਈ ਹੈ ਜਿਹੜੀ ਉਹਦੇ ਬਾਰੇ ਤੁਹਾਨੂੰ ਪਤਾ ਹੈ। ਸੋਮਨਾਥ ਦੇ ਮੰਦਿਰ ਹੈ ਜਿਹੜੇ, ਉਹਨਾਂ ਦੇ ਵਿੱਚ ਜੋ ਤਬਾਹੀ ਮਚਾਈ ਗਈ ਸੀ, ਉਥੋਂ ਲੁੱਟ ਹੈ ਜਿਹੜੀ ਲੁੱਟ ਖਸੁੱਟ ਕੀਤੀ ਗਈ ਸੀ, ਉਹਦਾ ਵਿਰੋਧ ਹੋਇਆ, ਉਹਦੇ ਬਾਰੇ ਵੀ ਤੁਹਾਨੂੰ ਪਤਾ ਹੈ। ਜਿਹੜੇ ਰਾਜਪੂਤਾਂ ਨੇ, ਬਹਾਦਰਾਂ ਨੇ ਭਾਰਤ ਮਾਤਾ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ, ਅੱਜ ਉਹਨਾਂ ਦੇ ਨਿਸ਼ਾਨ ਹੈ ਜਿਹੜੇ ਉਹ ਵੀ ਖੰਡਰਾਂ ਦੇ ਰੂਪ ਦੇ ਵਿੱਚ ਸਾਨੂੰ ਮਿਲਦੇ ਆ। ਇਹਨਾਂ ਭਾਰਤੀਆਂ ਦੀ ਬਹਾਦਰੀ ਦੇ ਕਾਰਨ ਹੀ ਜਿਹੜਾ ਸਿਕੰਦਰ ਹੈ ਉਹ ਬਿਆਸ ਦੇ ਕੰਢੇ ਤੋਂ ਅੱਗੇ ਨਹੀਂ ਸੀ ਵੱਧ ਸਕਿਆ। ਉਸ ਤੋਂ ਬਾਅਦ ਅੰਗਰੇਜ਼ ਹੈ ਜਿਹੜੇ, ਉਹਨਾਂ ਨੇ ਭਾਰਤੀਆਂ ਤੇ ਜ਼ੁਲਮ ਕਰਨੇ ਸ਼ੁਰੂ ਕੀਤੇ। ਉਹਨਾਂ ਦੇ ਜ਼ੁਲਮਾਂ ਦੀ ਕਹਾਣੀ ਹੈ ਜਿਹੜੀ ਉਹ ਸਾਡਾ ਅੰਮ੍ਰਿਤਸਰ ਵਿੱਚ ਜਿਹੜਾ ਜਲਿਆਂਵਾਲਾ ਬਾਗ ਹੈ ਉਹ ਅੱਜ ਵੀ ਸਾਨੂੰ ਦੱਸਦਾ ਹੈ। ਅੱਜ ਵੀ ਉੱਥੇ ਉਹ ਨਿਸ਼ਾਨ ਹੈ ਜਿਹੜੇ ਅੰਗਰੇਜ਼ਾਂ ਦੇ ਜ਼ੁਲਮ ਦੇ ਨੇ। ਤੇ ਕਾਮਾਗਾਟਾ ਮਾਰੂ ਤੁਸੀਂ ਅੱਜ ਵੀ ਪੜ੍ਹਦੇ ਹੋ ਇਤਿਹਾਸ ਦੇ ਵਿੱਚ। ਉਹਦੇ ਵਿੱਚ ਸ਼ਹੀਦਾਂ ਨੇ ਅੰਗਰੇਜ਼ਾਂ ਦਾ ਵਿਰੋਧ ਕਰਨ ਲਈ ਆਪਣੀ ਕਿਵੇਂ ਜਾਨ ਦਿੱਤੀ, ਉਸ ਜਹਾਜ਼ ਦੇ ਵਿੱਚ ਕਿਵੇਂ ਸਵਾਰ ਹੋ ਕੇ ਆਏ, ਉਹਨਾਂ ਨੇ ਕਿਵੇਂ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਕੀਤੀ, ਜਿਹਦੇ ਕਰਕੇ ਅੱਜ ਅਸੀਂ ਆਜ਼ਾਦ ਦੇਸ਼ ਦੇ ਵਿੱਚ ਰਹਿੰਦੇ ਹਾਂ। ਝਾਂਸੀ ਦੀ ਰਾਣੀ ਹੈ ਜਿਹੜੀ, ਉਹਨੇ ਵੀ ਅੰਗਰੇਜ਼ਾਂ ਦੀ ਗੁਲਾਮੀ ਨੂੰ ਸਵੀਕਾਰ ਨਹੀਂ ਕੀਤਾ। ਉਹਦੇ ਨਾਲੋਂ ਚੰਗਾ ਉਹ ਲੜਾਈ ਦੇ ਮੈਦਾਨ ਦੇ ਵਿੱਚ ਅੰਗਰੇਜ਼ਾਂ ਦਾ ਮੁਕਾਬਲਾ ਕਰਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦੇਣ ਦੇ ਵਿੱਚ ਹੀ ਉਹਨੇ ਚੰਗਾ ਸਮਝਿਆ, ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਅਜਿਹੀ ਭਾਰਤ ਮਾਤਾ ਦੀ ਕਵੀ ਹੈ ਜਿਹੜਾ ਉਹ ਜੈ ਜੈਕਾਰ ਬੁਲਾਉਂਦਾ ਹੈ। ਇੱਥੇ ਭਗਤ ਸਿੰਘ ਤੇ ਊਧਮ ਸਿੰਘ ਵਰਗੇ ਜਿਹੜੇ ਸ਼ਹੀਦ ਹੈ, ਉਹਨਾਂ ਨੇ ਅੰਗਰੇਜ਼ਾਂ ਤੋਂ ਉਹਨਾਂ ਦੇ ਜ਼ੁਲਮਾਂ ਦਾ ਬਦਲਾ ਜਿਹੜਾ ਉਹ ਲਿਆ। ਅਖੀਰ ਗਦਰੀ ਬਾਬੇ ਤੇ ਜਿਹੜੇ ਸਾਡੇ ਸ਼ਹੀਦ ਹੈ, ਉਹਨਾਂ ਨੇ ਮਿਲ ਕੇ ਅੰਗਰੇਜ਼ ਰਾਜ ਦੀਆਂ ਜੜ੍ਹਾਂ ਜਿਹੜੀਆਂ ਉਹ ਹਿਲਾਤੀਆਂ। ਕਵੀ ਅਜਿਹੀ ਭਾਰਤ ਮਾਤਾ ਦੀ ਜੈ ਜੈਕਾਰ ਬੁਲਾਉਂਦਾ ਹੈ। ਉਹ ਕਹਿੰਦਾ ਹੈ ਕਿ ਲਾਲਾ ਲਾਜਪਤ ਰਾਏ ਵਰਗੇ ਜਿਹੜੇ ਦੇਸ਼ ਭਗਤ ਸੀਗੇ, ਉਹਨਾਂ ਨੇ ਆਪਣੀ ਭਾਰਤ ਮਾਂ ਦੀ ਲਾਜ, ਇੱਜ਼ਤ ਰੱਖਣ ਦੇ ਲਈ ਆਪਣੀ ਕੁਰਬਾਨੀ ਦਿੱਤੀ।
ਸ਼ਿਵਾਜੀ ਤੇ ਪ੍ਰਤਾਪ ਜੀ ਵਰਗੇ ਬਹਾਦਰ ਹੈ ਜਿਹੜੇ, ਉਹਨਾਂ ਨੇ ਵੀ ਕਿਸੇ ਦੀ ਈਨ ਨਾ ਮੰਨੀ ਤੇ ਭਾਰਤ ਦੀ ਰਾਖੀ ਕੀਤੀ। ਇਹਨਾਂ ਦੇਸ਼ ਭਗਤਾਂ ਨੇ ਸਜ਼ਾ ਹੈ ਜਿਹੜੀ ਉਸ ਦੇ ਰੂਪ ਵਿੱਚ ਅੰਗਰੇਜ਼ਾਂ ਤੋਂ ਫਾਂਸੀ ਕਬੂਲ ਕਰ ਲਈ, ਪਰ ਉਹਨਾਂ ਨੇ ਉਹਨਾਂ ਦੀ ਗੁਲਾਮੀ ਹੈ ਜਿਹੜੀ ਉਸ ਨੂੰ ਕਬੂਲ ਨਹੀਂ ਕੀਤਾ, ਆਪਣੀ ਹਾਰ ਨਾ ਮੰਨੀ। ਅਜਿਹੀ ਭਾਰਤ ਮਾਤਾ ਦੀ ਕਵੀ ਜੈ ਜੈਕਾਰ ਬੁਲਾਉਂਦਾ ਹੈ। ਇਹ ਬੇਟਾ ਇਸ ਕਵਿਤਾ ਦੇ ਭਾਵ ਅਰਥ ਨੇ ਜਿਹੜੇ ਕਵਿਤਾ ਦੇ ਵਿੱਚ ਲੁਕੇ ਹੋਏ ਹੈ। ਤੁਸੀਂ 1-2 ਵਾਰ ਕਵਿਤਾ ਪੜ੍ਹ ਕੇ ਫਿਰ ਇਹਨਾਂ ਭਾਵ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਉਸ ਤੋਂ ਬਾਅਦ ਹੀ ਆਪਾਂ ਜਿਹੜਾ ਇਸ ਤੋਂ ਅਗਲਾ ਅਭਿਆਸ ਹੈ ਉਹ ਹੱਲ ਕਰਾਂਗੇ।